ਜਦੋਂ ਸਤਿਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਆ ਜਾਂਦੇ, ਇੱਥੇ ਫਿਰ ਆ ਕਰਕੇ ਪਿਤਾ ਜੀ ਦੇ ਨਾਲ ਮੇਲ ਮਿਲਾਪ ਹੁੰਦਾ ਹੈ। ਆਨੰਦਪੁਰ ਸਾਹਿਬ ਦੇ ਵਿੱਚ ਮਹਾਰਾਜ ਸਾਹਿਬ ਖੇਡਦੇ ਹਨ, ਬਚਪਨ ਦੀ ਯਾਰ ਬਲਾ ਹੈ। ਤਾਂ ਉਹਨਾਂ ਦਿਨਾਂ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ, ਜੋ ਬਹੁਤ ਕਹਿਰਾਂ ਦਾ ਜ਼ੁਲਮ ਕਰ ਰਿਹਾ ਸੀ, ਉਹ ਕਹਿ ਰਿਹਾ ਸੀ ਕਿ ਮੈਂ ਸਾਰੇ ਦੇਸ਼ ਵਾਸੀਆਂ ਨੂੰ ਮੁਸਲਮਾਨ ਬਣਾ ਦੇਣਾ ਹੈ, ਹੋਰ ਕੋਈ ਧਰਮ ਨਹੀਂ ਰਹਿਣ ਦੇਣਾ। ਸਾਰੇ ਹਿੰਦੂਆਂ ਨੂੰ, ਵਿਸ਼ੇਸ਼ ਕਰਕੇ ਹਿੰਦੂ ਧਰਮ ਸੀ ਬਹੁਤਾ, ਵੀ ਸਾਰੇ ਹਿੰਦੂਆਂ ਨੂੰ ਮੈਂ ਮੁਸਲਮਾਨ ਬਣਾ ਦੇਣਾ ਹੈ, ਸਾਰੇ ਸਨਾਤਨ ਮਤ ਵਾਲਿਆਂ ਨੂੰ ਇਸਲਾਮ ਵਿੱਚ ਲੈ ਆਉਣਾ। ਕੋਈ ਵੀ ਹੋਰ ਮੰਦਰ, ਕੋਈ ਵੀ ਹੋਰ ਧਰਮ ਗ੍ਰੰਥ ਨਹੀਂ ਹੋਵੇਗਾ, ਸਭ ਪਾਸੇ ਮਸੀਤਾਂ ਹੀ ਮਸੀਤਾਂ ਹੋਣਗੀਆਂ। ਤਾਂ ਉਸ ਮੌਕੇ ਤੇ ਸਭ ਤੋਂ ਪਹਿਲਾਂ ਉਸਨੇ ਕਸ਼ਮੀਰ ਦੇ ਵਿੱਚ ਇਹ ਜ਼ੁਲਮ ਢਾਇਆ। ਉਹਦਾ ਖਿਆਲ ਸੀ ਜਿਹੜੇ ਕਸ਼ਮੀਰ ਦੇ ਪੜ੍ਹੇ ਲਿਖੇ ਵਿਦਵਾਨ ਪੰਡਿਤ ਬ੍ਰਾਹਮਣ ਹਨ, ਜੇ ਇਹ ਮੁਸਲਮਾਨ ਬਣ ਜਾਣਗੇ ਤਾਂ ਇਹ ਮੇਰੇ ਮਤ ਦਾ ਪ੍ਰਚਾਰ ਕਰਨਗੇ, ਅੱਗੇ ਬਾਕੀ ਸਾਰੇ ਦੇਸ਼ ਵਾਸੀ ਜਿਹੜੇ ਉਹ ਮੁਸਲਮਾਨ ਬਣ ਜਾਣ। ਉੱਥੋਂ ਦਾ ਜਿਹੜਾ ਉਹਦਾ ਥਾਪਿਆ ਹੋਇਆ ਸੂਬਾ ਸੀ ਸ਼ੇਰ ਅਫਗਨ ਖਾਨ, ਉਸ ਨੂੰ ਆਪਣੀ ਆਗਿਆ ਕੀਤੀ ਔਰੰਗਜ਼ੇਬ ਬਾਦਸ਼ਾਹ ਨੇ ਵੀ ਜਿਵੇਂ ਕਿਵੇਂ ਵੀ ਹੋ ਜਾਵੇ ਕਸ਼ਮੀਰ ਦੇ ਬ੍ਰਾਹਮਣਾਂ ਨੂੰ ਮੁਸਲਮਾਨ ਬਣਾਇਆ ਜਾਵੇ, ਲਾਲਚ ਦੇ ਕੇ ਬਣਾਇਆ ਜਾਵੇ, ਨੌਕਰੀ ਦਾ ਲਾਲਚ ਦਿੱਤਾ ਜਾਵੇ, ਨਿਕਾਹ ਦਾ ਲਾਲਚ ਦਿੱਤਾ ਜਾਵੇ, ਜੇ ਨਹੀਂ ਤੇ ਡਰਾਇਆ ਜਾਵੇ, ਧਮਕਾਇਆ ਜਾਵੇ, ਜ਼ਬਰਦਸਤੀ ਬਣਾਇਆ ਜਾਵੇ। ਤਾਂ ਇੰਨੀ ਜ਼ਬਰਦਸਤੀ ਕੀਤੀ ਗਈ ਉਸ ਸੂਬੇ ਵੱਲੋਂ ਔਰੰਗਜ਼ੇਬ ਬਾਦਸ਼ਾਹ ਦੀ ਆਗਿਆ ਦੇ ਨਾਲ, ਉਹਦੇ ਹੁਕਮ ਦੇ ਨਾਲ, ਕਿ ਇੱਕ ਇੱਕ ਦਿਨ ਦੇ ਵਿੱਚ ਸਵਾ ਮਣ ਜੰਨੂ ਲਾਏ ਗਏ। ਇੱਕ ਜੰਨੂ ਧਾਗੇ ਦਾ ਹੀ ਹੁੰਦਾ ਹੈ, ਕੁਝ ਤੋਲਿਆਂ ਦਾ ਹੀ ਹੁੰਦਾ ਹੈ, ਉਹ ਤੋਲੇ ਕ ਦਾ ਥੋੜਾ ਜਿਹਾ ਹੌਲਾ ਜਿਹਾ ਭਾਰ ਜੰਨੂ ਦਾ, ਤੇ ਕਿੰਨਿਆਂ ਦੇ ਜੰਨੂ ਲਾਏ ਹੋਣਗੇ ਵੀ ਸ਼ਾਮ ਨੂੰ ਸਵਾ ਮਣ ਤੋਲੇ ਸੀ, ਸਵਾ ਮਣ ਉਹ ਜੰਨੂ ਤੋਲੇ। ਫਿਰ ਉਹਨਾਂ ਕਸ਼ਮੀਰੀ ਪੰਡਤਾਂ ਨੇ ਬੇਨਤੀਆਂ ਕੀਤੀਆਂ ਉਸ ਸੂਬੇ ਦੇ ਅੱਗੇ, ਤਰਲੇ ਪਾਏ ਵੀ ਸਾਨੂੰ 6 ਮਹੀਨੇ ਦੀ ਮੋਹਲਤ ਦਿੱਤੀ ਜਾਵੇ, ਅਸੀਂ ਕੋਈ ਅਰਾਧਨਾ ਕਰਨਾ ਚਾਹੁੰਦੇ ਹਾਂ, ਤੇ ਫਿਰ ਜਿਵੇਂ ਵੀ ਕਿਵੇਂ ਹੋਵੇਗਾ ਅਸੀਂ ਤੁਹਾਡੀ ਗੱਲ ਮੰਨ ਲਵਾਂਗੇ। 6 ਮਹੀਨਿਆਂ ਦੀ ਮੋਹਲਤ ਲਈ ਤੇ ਫਿਰ ਉਹਨਾਂ ਨੇ ਅਮਰਨਾਥ ਮੰਦਿਰ ਜਾਣਾ ਕੀਤਾ, ਸ਼ਿਵ ਜੀ ਦੇ ਅਸਥਾਨ ਤੇ, ਜੋ ਇਤਿਹਾਸ ਵਿੱਚ ਜ਼ਿਕਰ ਆਇਆ। ਉੱਥੇ ਜਾ ਕਰਕੇ ਉਹਨਾਂ ਨੇ ਅੰਨ ਪਾਣੀ ਛੱਡ ਦਿੱਤਾ, ਭੁੱਖਣ ਭਾਣੇ ਬੈਠ ਕੇ ਤੇ ਆਰਾਧਨਾ ਕਰਨ ਲੱਗੇ। ਕੁਝ ਹੀ ਦਿਨ ਬੀਤੇ ਸਨ ਤੇ ਉਸ ਵੇਲੇ ਬੇਨਤੀਆਂ ਕਰ ਰਹੇ, ਤਰਲੇ ਪਾ ਰਹੇ ਵੀ ਸਾਡੇ ਧਰਮ ਦੀ ਰਾਖੀ ਕਰੋ, ਸਾਡਾ ਧਰਮ ਬਚਾਓ, ਇਹ ਤਿਲਕ ਜੰਨੂ ਬਚਾਓ, ਰੱਖਿਆ ਕਰੋ। ਤਾਂ ਇੱਕ ਚਿੱਠੀ ਉੱਥੋਂ ਉਹਨਾਂ ਨੂੰ ਪ੍ਰਾਪਤ ਹੋਈ, ਜਿਸ ਚਿੱਠੀ ਦੇ ਉੱਤੇ ਇਤਿਹਾਸ ਕਹਿੰਦਾ ਵੀ ਇਹ ਲਿਖਿਆ ਸੀ ਵੀ ਇਸ ਵੇਲੇ ਤੁਹਾਡੀ ਰੱਖਿਆ ਹੋਰ ਕਿਸੇ ਨੇ ਨਹੀਂ ਕਰਨੀ, ਜੇ ਤੁਹਾਡੀ ਬਾਂਹ ਫੜ ਸਕਦੇ, ਰੱਖਿਆ ਕਰ ਸਕਦੇ ਆ ਤੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਘਰ ਹੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਵੇਂ ਥਾਂ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤੇ ਉਹੀ ਤੁਹਾਡੀ ਰੱਖਿਆ ਕਰ ਸਕਦੇ, ਉਹਨਾਂ ਦੇ ਪਾਸ ਚਲੇ ਜਾਓ। ਕਿਰਪਾ ਰਾਮ ਪੰਡਤ ਦੀ ਅਗਵਾਈ ਦੇ ਵਿੱਚ ਕਸ਼ਮੀਰੀ ਪੰਡਤ ਉੱਥੋਂ ਚੱਲੇ। ਪਹਿਲਾਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ, ਜਿਵੇਂ ਇਤਿਹਾਸ ਵਿੱਚ ਜ਼ਿਕਰ ਆਇਆ। ਉੱਥੇ ਜਾ ਕੇ ਉਹਨਾਂ ਨੇ ਨਾਵੇਂ ਪਾਤਸ਼ਾਹ ਬਾਰੇ ਪੁੱਛਿਆ। ਸਿੱਖਾਂ ਸੇਵਕਾਂ ਤੋਂ ਪਤਾ ਲੱਗਾ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹ ਸ੍ਰੀ ਆਨੰਦਪੁਰ ਸਾਹਿਬ ਨਗਰੀ ਦੇ ਵਿੱਚ ਵਾਸਾ ਕਰ ਰਹੇ ਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ। ਉਹਨਾਂ ਕਸ਼ਮੀਰੀ ਪੰਡਤਾਂ ਨੇ ਫਿਰ ਆਨੰਦਪੁਰ ਸਾਹਿਬ ਆਉਣਾ, ਗੁਰੂ ਸਾਹਿਬ ਜੀ ਦੇ ਅੱਗੇ ਆ ਕਰਕੇ ਉਹਨਾਂ ਨੇ ਹੱਥ ਜੋੜ ਕੇ ਤਰਲੇ ਕੱਢਣੇ। ਮੰਦਿਰਾਂ ਦੀ ਥਾਂ ਤੇ ਮਸੀਤਾਂ ਉਸਾਰੀਆਂ ਜਾ ਰਹੀਆਂ, ਸਾਡੇ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਧਰਮ ਗ੍ਰੰਥਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ। ਮਹਾਰਾਜ ਹਿੰਦੂ ਧਰਮ ਖਤਰੇ ਵਿੱਚ ਹੈ, ਸਾਡਾ ਧਰਮ ਖਤਰੇ ਵਿੱਚ ਹੈ, ਕਿਰਪਾ ਕਰੋ, ਸਾਡੀ ਬਾਂਹ ਫੜੋ ਤੇ ਸਾਡੀ ਰੱਖਿਆ ਸਹਾਇਤਾ ਕਰੋ। ਇਹ ਆਨੰਦਪੁਰ ਸਾਹਿਬ ਦਾ ਇਤਿਹਾਸ ਹੈ। ਬੇਨਤੀਆਂ ਕੀਤੀਆਂ ਜਾ ਰਹੀਆਂ। ਜਦੋਂ ਇਸ ਤਰ੍ਹਾਂ ਤਰਲੇ ਪਾ ਰਹੇ ਸਨ ਤੇ ਹਾਣੀਆਂ ਨਾਲ ਖੇਡਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਿਤਾ ਜੀ ਦੀ ਗੋਦੀ ਵਿੱਚ ਆ ਕਰਕੇ ਬੈਠਦੇ ਹਨ। ਬਾਲ ਅਵਸਥਾ ਹੈ ਤੇ ਪੁੱਛਦੇ ਆ ਕਿ ਪਿਤਾ ਜੀ ਇਹ ਕੌਣ ਲੋਕ ਹਨ ਜੋ ਇੰਨੇ ਦੁਖਿਆਰੇ, ਇੰਨੇ ਲਾਚਾਰ,
ਇਹ ਰੋ ਕੁਰਲਾ ਰਹੇ ਹਨ। ਇਹ ਕਾਹਦੇ ਵਾਸਤੇ ਇਸ ਤਰ੍ਹਾਂ ਬੇਨਤੀਆਂ ਕਰ ਰਹੇ ਹਨ? ਆਖਿਆ, ਲਾਲ ਜੀ, ਇਹ ਕਸ਼ਮੀਰ ਦੇ ਵਿਦਵਾਨ ਪੰਡਤ ਹਨ, ਇਹ ਬ੍ਰਾਹਮਣ ਹਨ, ਔਰ ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਔਰੰਗਜ਼ੇਬ ਬਾਦਸ਼ਾਹ ਇਹਨਾਂ ਦੇ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ। ਉਹ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹੈ। ਇਹ ਆਪਣੇ ਧਰਮ ਦੀ ਰੱਖਿਆ ਵਾਸਤੇ, ਆਪਣੇ ਧਰਮ ਨੂੰ ਬਚਾਉਣ ਵਾਸਤੇ ਸਾਡੇ ਪਾਸ ਬੇਨਤੀ ਕਰਨ ਵਾਸਤੇ ਆਏ ਹਨ। ਪਿਤਾ ਜੀ, ਇਹਨਾਂ ਦੇ ਧਰਮ ਦੀ ਰਾਖੀ ਕਿਵੇਂ ਹੋ ਸਕਦੀ ਹੈ? ਆਖਿਆ, ਪੁੱਤਰ, ਕੋਈ ਮਹਾਨ ਹੀ ਮਹਾਂਪੁਰਖ ਹੋਵੇ ਤੇ ਇਹਨਾਂ ਦੀ ਥਾਂ ਤੇ ਜਾ ਕਰਕੇ ਆਪਣਾ ਸੀਸ ਕੁਰਬਾਨ ਕਰੇ, ਆਪਣਾ ਸਿਰ ਲੇਖੇ ਲਾਵੇ, ਤਾਂ ਇਹਨਾਂ ਦਾ ਧਰਮ ਬਚ ਸਕਦਾ ਹੈ, ਨਹੀਂ ਤਾਂ ਨਹੀਂ ਬਚ ਸਕਦਾ। ਆਖਿਆ, ਪਿਤਾ ਜੀ, ਮੇਰੀ ਬੇਨਤੀ ਹੈ, ਇਸ ਵੇਲੇ ਸੰਸਾਰ ਵਿੱਚ ਵੇਖਿਆ ਜਾਵੇ ਤਾਂ ਆਪ ਤੋਂ ਵੱਡਾ ਕੌਣ ਮਹਾਂਪੁਰਖ ਹੈ? ਆਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਗੱਦੀ ਦੇ ਮਾਲਕ ਹੋ, ਨਾਵੇਂ ਪਾਤਸ਼ਾਹ ਹੋ। ਇਹਨਾਂ ਦੀ ਬਾਂਹ ਆਪ ਜੀ ਨੂੰ ਪਿਤਾ ਜੀ ਫੜਨੀ ਚਾਹੀਦੀ ਹੈ, ਇਹ ਕੁਰਬਾਨੀ ਆਪ ਜੀ ਨੂੰ ਕਰਨੀ ਚਾਹੀਦੀ ਹੈ, ਇਹਨਾਂ ਦਾ ਧਰਮ ਬਚ ਸਕੇ। ਆਖਿਆ, ਸ਼ਾਬਾਸ਼ ਲਾਲ ਜੀ, ਇਹੀ ਆਪ ਜੀ ਤੋਂ ਆਸ ਸੀ, ਉਮੀਦ ਸੀ। ਸੰਭਾਲੋ ਹੋਣੇ ਸਿੱਖ ਸੰਗਤਾਂ, ਤੇ ਅਸੀਂ ਜਾ ਕਰਕੇ ਕੁਰਬਾਨੀ ਕਰਦੇ ਹਾਂ। ਉਸੇ ਵੇਲੇ ਕਸ਼ਮੀਰੀ ਪੰਡਤਾਂ ਨੂੰ ਕਹਿ ਦੇਣਾ ਕਿ ਜਾਓ, ਜਾ ਕਰਕੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦਿਓ ਕਿ ਸਾਡੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹਨ, ਉਹਨਾਂ ਇਕੱਲਿਆਂ ਨੂੰ ਮੁਸਲਮਾਨ ਬਣਾ ਲਓ ਤੇ ਅਸੀਂ ਤਮਾਮ ਸਾਰੇ ਦੇ ਸਾਰੇ ਦੇਸ਼ ਵਾਸੀ ਜਿੰਨੇ ਹਿੰਦੂ ਆ ਸਾਰੇ ਹੀ ਮੁਸਲਮਾਨ ਬਣ ਜਾਵਾਂਗੇ। ਉਹਨਾਂ ਕਸ਼ਮੀਰੀ ਪੰਡਤਾਂ ਨੇ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣਾ। ਔਰੰਗਜ਼ੇਬ ਬਾਦਸ਼ਾਹ ਨੇ ਖੁਸ਼ ਹੋਣਾ ਕਿ ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ਵਿੱਚ ਲਿਆਉਣਾ ਕੋਈ ਔਖਾ ਨਹੀਂ ਹੈ। ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨ ਬਣਾਉਣਾ ਕੋਈ ਔਖਾ ਨਹੀਂ ਹੈ। ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਗਏ, ਇਸਲਾਮ ਵਿੱਚ ਆ ਗਏ, ਤੇ ਸਾਰੇ ਦਾ ਸਾਰਾ ਦੇਸ਼ ਮੁਸਲਮਾਨ ਬਣ ਜਾਵੇਗਾ, ਇਸਲਾਮ ਵਿੱਚ ਆ ਜਾਵੇਗਾ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਹਿੱਸੇ ਆਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦਾਨੀ ਵੀ ਕੋਈ ਨਹੀਂ ਹੈ। ਜਿੱਥੇ ਭਗਤ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ, ਉੱਥੇ ਦਾਨੀ ਵੀ ਕੋਈ ਨਹੀਂ ਹੈ। ਪੌਣੇ 42 ਸਾਲ ਸਾਰੀ ਸਰੀਰ ਕਾਰ ਭਲਾਈ ਹੈ ਧਰਮੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਪੌਣੇ 42 ਸਾਲ, 41 ਸਾਲ 9 ਮਹੀਨੇ ਤੇ 15 ਦਿਨ ਭਾਈ ਕਾਹਨ ਸਿੰਘ ਨਾਭਾ ਨੇ ਲਿਖੀ ਸਰੀਰ ਕਾਰ ਭਲਾ ਸਤਿਗੁਰੂ ਜੀ ਦੀ। ਔਰ ਇੰਨੇ ਸਮੇਂ ਦੇ ਵਿੱਚ ਇੰਨੇ ਪਰਉਪਕਾਰ ਕੀਤੇ ਦੇਸ਼ ਦੇ ਉੱਤੇ, ਕੌਮ ਦੇ ਉੱਤੇ, ਸੰਸਾਰੀ ਜੀਵਾਂ ਦੇ ਉੱਤੇ, ਜਿਹੜੇ ਕਹਿਣ ਕਥਨ ਤੋਂ ਬਾਹਰੇ ਹਨ। ਇਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿ ਸਕਦੇ ਕਿ ਪਿਤਾ ਜੀ, ਮੈਂ ਭਾਵੇਂ ਅਨਾਥ ਹੋ ਜਾਵਾਂ, ਮੈਂ ਭਾਵੇਂ ਯਤੀਮ ਹੋ ਜਾਵਾਂ, ਤੇ ਤੁਸੀਂ ਜਾਓ ਇਹਨਾਂ ਨਿਮਾਣਿਆਂ, ਨਿਤਾਣਿਆਂ, ਨਿਓਟਿਆਂ ਨੂੰ ਤੁਸੀਂ ਮਹਾਰਾਜ ਇਹਨਾਂ ਦੀ ਬਾਂਹ ਫੜੋ ਤੇ ਇਹਨਾਂ ਦੇ ਥਾਂ ਤੇ ਜਾ ਕੇ ਕੁਰਬਾਨੀ ਆਪ ਜੀ ਕਰੋ, ਤੇ ਇਹਨਾਂ ਸਾਰਿਆਂ ਦੀ ਆਪ ਜੀ ਸੱਚੇ ਪਾਤਸ਼ਾਹ ਰੱਖਿਆ ਕਰੋ। ਜਦੋਂ ਜਾ ਕਰਕੇ ਕਸ਼ਮੀਰੀ ਪੰਡਤਾਂ ਨੇ ਆਖਿਆ ਤੇ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਅਹਿਦੀਏ ਭੇਜੇ। ਉਹ 2 ਸਿਪਾਹੀ ਦਿੱਲੀ ਤੋਂ ਚੱਲ ਕਰਕੇ ਪੈਂਡਾ ਤੈਅ ਕਰਦੇ ਆਨੰਦਪੁਰ ਸਾਹਿਬ ਪਹੁੰਚੇ। ਉਹਨਾਂ ਨੇ ਆ ਕੇ ਸਤਿਗੁਰੂ ਜੀ ਨੂੰ ਆਖਿਆ ਵੀ ਸਤਿਗੁਰੂ ਜੀ, ਔਰੰਗਜ਼ੇਬ ਬਾਦਸ਼ਾਹ ਤੁਹਾਨੂੰ ਦਿੱਲੀ ਬੁਲਾਉਂਦਾ ਹੈ, ਕੋਈ ਗੱਲਬਾਤ ਤੁਹਾਡੇ ਨਾਲ ਕਰਨੀ ਹੈ। ਮਹਾਰਾਜ ਕਹਿਣ ਲੱਗੇ ਵੀ ਅਸੀਂ ਆਪ ਚੱਲ ਕੇ ਆਵਾਂਗੇ ਕੁਝ ਸਮੇਂ ਬਾਅਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਸਾਰਿਆਂ ਨੂੰ ਧੀਰਜ ਦੇਣੀ, ਹੌਸਲਾ ਦੇਣਾ, ਸਿੱਖਾਂ ਸੇਵਕਾਂ ਨੂੰ ਸਮਝਾਉਣਾ, ਤੇ ਮਹਾਰਾਜ ਸਾਹਿਬ ਜੀ ਨੇ 5 ਸਿੱਖਾਂ ਨੂੰ ਨਾਲ ਲੈ ਕਰਕੇ ਆਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਜਾਣ ਦੇ ਚਾਲੇ ਪਾ ਦੇਣੇ। ਔਰ ਮਹਾਰਾਜ ਸਾਹਿਬ ਜੀ ਵੱਖ-ਵੱਖ ਥਾਵਾਂ ਤੇ ਠਹਿਰਦੇ ਹੋਏ ਦਿੱਲੀ ਵੱਲ ਨੂੰ ਜਾ ਰਹੇ। ਉਦੋਂ ਪਟਿਆਲਾ ਨਹੀਂ ਸੀ ਵਸਿਆ। ਇਤਿਹਾਸ ਵਿੱਚ ਹੀ ਜ਼ਿਕਰ ਆਇਆ ਵੀ ਇਸ ਇਲਾਕੇ ਦੇ ਵਿੱਚ ਸੈਫਦੀਨ ਪੀਰ, ਉਹ ਮਹਾਰਾਜ ਸਾਹਿਬ ਜੀ ਤੇ ਸ਼ਰਧਾ ਰੱਖਦਾ ਸੀ, ਗੁਰੂ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਉਹਨੂੰ ਦਰਸ਼ਨ ਦਿੱਤੇ।
ਉਹਨੇ ਬੜੇ ਪਿਆਰ ਨਾਲ ਬੇਨਤੀ ਕੀਤੀ ਤੇ ਵਰਖਾ ਦੀ ਰੁੱਤ ਸੌਣ ਭਾਦਰੋਂ ਦਾ ਮਹੀਨਾ ਮਹਾਰਾਜ ਉਹਦੇ ਪਾਸ ਰਹੇ। ਹਾੜ ਦੇ ਮਹੀਨੇ ਤੋਂ ਅਨੰਦਪੁਰ ਸਾਹਿਬ ਤੋਂ ਚੱਲੇ ਤੇ ਵਰਖਾ ਦੀ ਰੁੱਤ ਮਹਾਰਾਜ ਸਾਹਿਬ ਜੀ ਸੈਫਦੀਨ ਪੀਰ ਦੇ ਪਾਸ ਰਹੇ। ਇੱਥੋਂ ਪਰ ਪੜਾਅ ਦਰ ਪੜਾਅ ਅੱਗੇ ਮਹਾਰਾਜ ਸਾਹਿਬ ਜੀ ਵੱਖ-ਵੱਖ ਥਾਵਾਂ ਤੇ ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦੇ ਦਿੱਲੀ ਵੱਲ ਨੂੰ ਜਾ ਰਹੇ ਸਨ। ਕੁਝ ਮਹੀਨੇ ਲੱਗ ਗਏ ਤੇ ਔਰੰਗਜ਼ੇਬ ਬਾਦਸ਼ਾਹ ਉਧਰ ਕਾਹਲਾ ਪੈਂਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨਹੀਂ। ਉਹਨੇ ਆਪਣੇ ਵੱਖ-ਵੱਖ ਫੌਜਦਾਰਾਂ ਨੂੰ, ਉਮਰਾਵਾਂ ਨੂੰ, ਅਹੁਦੇਦਾਰਾਂ ਨੂੰ ਆਪਣੇ ਪੱਤਰ ਲਿਖੇ, ਹੁਕਮਨਾਮੇ ਲਿਖੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਹੋਣ ਉਹਨਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਜਾਵੇ। ਤੇ ਫੌਜ ਲੱਭਦੀ ਫਿਰਦੀ ਹੈ ਸਤਿਗੁਰਾਂ ਨੂੰ। ਅਨੰਦਪੁਰ ਸਾਹਿਬ ਵੀ ਆਈ, ਅੰਮ੍ਰਿਤਸਰ ਸਾਹਿਬ ਵੀ ਗਈ, ਹੋਰ ਥਾਵਾਂ ਤੇ ਵੀ ਫੌਜ ਗਈ। ਪਰ ਸਤਿਗੁਰੂ ਜੀ ਵੱਖ-ਵੱਖ ਪਿੰਡਾਂ ਥਾਣੀ ਹੁੰਦੇ, ਸਿੱਖ ਸੰਗਤਾਂ ਨੂੰ ਦਰਸ਼ਨ ਦਿੰਦੇ, ਤਾਰਦੇ। ਮਹਾਰਾਜ ਸਾਹਿਬ ਜੀ ਆਗਰੇ ਪਹੁੰਚ ਗਏ। ਉੱਥੇ ਇੱਕ ਮਾਈ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ। ਉਹਨੇ ਇੱਕ ਥਾਨ ਤਿਆਰ ਕੀਤਾ ਸੀ, ਗੁਰੂ ਸਾਹਿਬ ਜੀ ਨੂੰ ਭੇਟ ਕੀਤਾ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਮਾਈ ਥਾਨ ਸਾਹਿਬ ਅਸਥਾਨ ਸ਼ੋਭਾ ਪਾ ਰਿਹਾ ਹੈ। ਸੰਗਤਾਂ ਦਰਸ਼ਨ ਕਰਦੀਆਂ। ਬਾਗ ਦੇ ਵਿੱਚ ਜਾ ਕੇ ਪੜਾਅ ਕੀਤਾ। ਉੱਥੇ ਕੌਤਕ ਕਰਕੇ ਆਪਣੀ ਛਾਪ ਤੇ ਇੱਕ ਇਸੇ ਤਰ੍ਹਾਂ ਦੁਸ਼ਾਲਾ ਦੇ ਕਰਕੇ ਬੱਕਰੀਆਂ ਚਾਰਨ ਵਾਲੇ ਨੂੰ ਤੇ ਮਹਾਰਾਜ ਸਾਹਿਬ ਜੀ ਨੇ ਕੌਤਕ ਰਚਨਾ ਆਪ ਗ੍ਰਿਫਤਾਰੀ ਦੇਣ ਵਾਸਤੇ ਕਹਿਣਾ ਵੀ ਆ ਮਠਿਆਈ ਲੈ ਕੇ ਆਓ। ਉਹਨੇ ਮਠਿਆਈ ਲੈਣ ਵਾਸਤੇ ਬਹਾਨੇ ਜਾਣਾ ਤੇ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹੀ ਦੇ ਗ੍ਰਿਫਤਾਰੀ ਦਾ ਬਹਾਨਾ ਉੱਥੋਂ ਬਣਾਉਣਾ ਸਤਿਗੁਰੂ ਜੀ ਨੇ। ਉਹ ਫਿਰ ਦੁਕਾਨਦਾਰ ਹਲਵਾਈ ਤੋਂ ਅੱਗੇ ਥਾਣੇਦਾਰ ਕੋਲੇ ਉਹਨੇ ਜਾਣਾ ਵੀ ਇਹ ਇੰਨੀ ਕੀਮਤੀ ਜਿਹਦੇ ਵਿੱਚ ਹੀਰਾ ਲੱਗਾ, ਇਹ ਛਾਪ ਕਿੱਥੋਂ ਆਈ, ਇੰਨਾ ਕੀਮਤੀ ਦੁਸ਼ਾਲਾ ਕਿੱਥੋਂ ਆਇਆ। ਫਿਰ ਇਸੇ ਤਰ੍ਹਾਂ ਉਹਨੇ ਦਰੋਗੇ ਨਾਲ ਗੱਲ ਕਰਨੀ ਜਿਹੜਾ ਕਿਲੇ ਦਾ ਮੁੱਖ ਅਫਸਰ ਸੀ। ਫਿਰ ਉੱਥੋਂ ਉਹਨਾਂ ਨੇ 400 ਸਿਪਾਹੀ ਨਾਲ ਲੈਣੇ ਤੇ ਉਸ ਬਾਗ ਨੂੰ ਘੇਰਾ ਪਾਉਣਾ ਤੇ ਖਿਆਲ ਇਹ ਸੀ ਵੀ ਕਿਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੋਂ ਭੱਜ ਨਾ ਜਾਣ, ਜਿਨ੍ਹਾਂ ਨੂੰ ਸਾਰੇ ਦੇਸ਼ ਵਿੱਚ ਲੱਭਿਆ ਜਾ ਰਿਹਾ ਹੈ। ਫਿਰ ਪਾਸ ਜਾਣਾ, ਗੱਲਬਾਤ ਕਰਨੀ ਤੇ ਬੇਨਤੀ ਕਰਨੀ, ਮਹਾਰਾਜ ਤੁਹਾਨੂੰ ਤਾਂ ਕਈਆਂ ਮਹੀਨਿਆਂ ਦੀ ਫੌਜ ਲੱਭ ਰਹੀ ਹੈ, ਤੁਸੀਂ ਇੱਥੇ। ਸਤਿਗੁਰੂ ਕਹਿਣ ਲੱਗੇ ਅਸੀਂ ਤੇ ਆਪ ਹੀ ਦਿੱਲੀ ਨੂੰ ਜਾ ਰਹੇ। ਫਿਰ ਉਹਨਾਂ ਨੇ ਕਿਲੇ ਵਿੱਚ ਲੈ ਕੇ ਜਾਣਾ, ਉੱਥੋਂ ਚਿੱਠੀ ਲਿਖਣੀ, ਔਰੰਗਜ਼ੇਬ ਬਾਦਸ਼ਾਹ ਕੋਲੇ ਜਾਣੀ ਤੇ ਔਰੰਗਜ਼ੇਬ ਬਾਦਸ਼ਾਹ ਨੇ 12,000 ਫੌਜ ਭੇਜਣੀ ਦਿੱਲੀ ਤੋਂ, ਜਿਹੜੀ ਆਗਰੇ ਆਈ। ਉਹਦਾ ਕਾਰਨ ਇਹ ਸੀ 12,000 ਫੌਜ ਭੇਜਣ ਦਾ ਵੀ ਇਸ ਫੌਜ ਦੀ ਨਿਗਰਾਨੀ ਦੇ ਵਿੱਚ ਆਗਰੇ ਤੋਂ ਦਿੱਲੀ ਲੈ ਕੇ ਆਓ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, 5 ਸਿੱਖਾਂ ਦੇ ਸਮੇਤ। ਭਾਈ ਮਤੀ ਦਾਸ ਜੀ ਦੀਵਾਨ, ਇਸੇ ਤਰ੍ਹਾਂ ਬਾਬਾ ਗੁਰਦਿੱਤਾ ਜੀ ਆਦਿਕ ਸਿੱਖ ਮਹਾਰਾਜ ਸਾਹਿਬ ਜੀ ਦੇ ਨਾਲ ਸਨ। ਉਹ 12,000 ਫੌਜ ਭੇਜਣ ਦਾ ਕਾਰਨ ਇਹ ਸੀ, ਔਰੰਗਜ਼ੇਬ ਨੇ ਆਪ ਦੱਸਿਆ ਉਮਰਾਵ ਨੂੰ, ਫੌਜਦਾਰ ਨੂੰ, ਵੀ ਰਸਤੇ ਦੇ ਵਿੱਚ ਕਈ ਹਿੰਦੂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਰਧਾਲੂ ਹਨ, ਉਹ ਸ਼ਸਤਰਧਾਰੀ ਆ, ਉਹ ਨਾ ਹਮਲਾ ਕਰਕੇ ਗੁਰੂ ਸਾਹਿਬ ਨੂੰ ਛੁਡਾ ਲੈਣ। ਇਸੇ ਤਰ੍ਹਾਂ ਰਾਜਪੂਤ ਰਾਜੇ ਜਿਨ੍ਹਾਂ ਨੂੰ ਇਹਨਾਂ ਦੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੇ ਦਾਦਾ ਬਾਦਸ਼ਾਹ ਜਹਾਂਗੀਰ ਨੂੰ ਕਹਿ ਕਰਕੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ, ਉਹ ਰਾਜਪੂਤ ਰਾਜੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਰਉਪਕਾਰ ਚੇਤੇ ਕਰਕੇ ਤੇ ਉਹਨਾਂ ਦੇ ਸੁਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਛਡਾਉਣ ਵਾਸਤੇ ਆ ਜਾਣ। ਇਸ ਕਰਕੇ ਤੁਸੀਂ ਪੂਰੀ ਸਾਵਧਾਨੀ ਦੇ ਨਾਲ ਗੁਰੂ ਸਾਹਿਬ ਜੀ ਨੂੰ ਇੱਥੇ ਦਿੱਲੀ ਲੈ ਕੇ ਆਉਣਾ। ਫਿਰ ਮਹਾਰਾਜ ਸਾਹਿਬ ਜੀ ਨੂੰ ਦਿੱਲੀ ਲੈ ਕਰਕੇ ਜਾਂਦੇ। ਉੱਥੇ ਇੱਕ ਹਵੇਲੀ ਦੇ ਵਿੱਚ ਰੱਖਿਆ ਜਾਂਦਾ ਹੈ, ਜਿਸ ਨੂੰ ਭੂਤਾਂ ਵਾਲੀ ਹਵੇਲੀ ਕਹਿੰਦੇ ਸੀ। ਉਹਨਾਂ ਗੁਪਤਰੂਆਂ ਦੀ ਵੀ ਕਲਿਆਣ ਮਹਾਰਾਜ ਸਾਹਿਬ ਜੀ ਨੇ ਕਰਨੀ। ਲੰਮਾ ਇਤਿਹਾਸ ਹੈ, ਸੰਖੇਪ ਨਾਲ ਬੇਨਤੀ ਕਰਦੇ ਹਾਂ। ਆਖਿਰਕਾਰ ਸਿੱਖਾਂ ਨੂੰ ਕੈਦ ਕੀਤਾ ਗਿਆ, ਗੁਰੂ ਸਾਹਿਬ ਜੀ ਨੂੰ ਪਿੰਜਰੇ ਵਿੱਚ ਪਾਇਆ ਗਿਆ। ਪਹਿਲਾਂ ਗੱਲਬਾਤ ਕੀਤੀ ਔਰੰਗਜ਼ੇਬ ਬਾਦਸ਼ਾਹ ਨੇ, ਕਹਿੰਦਾ ਵੀ ਮੈਂ ਚਾਹੁੰਦਾ ਸਤਿਗੁਰੂ ਜੀ ਵੀ ਇਹ ਧਰਮਾਂ ਦੇ ਝਗੜੇ ਚੱਲਦੇ ਰਹਿੰਦੇ ਆ, ਇੱਕੋ ਹੀ ਧਰਮ ਹੋਣਾ ਚਾਹੀਦਾ, ਇਸਲਾਮ ਹੀ, ਹੋਰ ਕੋਈ ਧਰਮ ਨਹੀਂ ਹੋਣਾ ਚਾਹੀਦਾ। ਝਗੜੇ ਮੁੱਕ ਜਾਣਗੇ, ਰੋਜ਼ ਦੇ ਰੌਲੇ ਪੈਂਦੇ ਰਹਿੰਦੇ, ਝਗੜਾ ਹੁੰਦਾ ਰਹਿੰਦਾ। ਮਹਾਰਾਜ ਕਹਿਣ ਲੱਗੇ ਬਾਦਸ਼ਾਹ ਜੇ ਇੱਕੋ ਹੀ ਧਰਮ ਪਰਮੇਸ਼ਰ ਨੇ ਪੈਦਾ ਕਰਨਾ ਹੁੰਦਾ ਤੇ ਫਿਰ ਹਿੰਦੂਆਂ ਦੇ ਘਰ ਦੇ ਵਿੱਚ ਕਿਸੇ ਨੂੰ ਜਨਮ ਹੀ ਨਾ ਦਿੰਦਾ, ਜੇ ਸਾਰਿਆਂ ਨੂੰ ਮੁਸਲਮਾਨ ਹੀ ਬਣਾਉਣਾ ਹੁੰਦਾ। ਇਸ ਕਰਕੇ ਜਿਵੇਂ ਪਰਮੇਸ਼ਰ ਨੂੰ ਭਾਉਂਦਾ ਉਸੇ ਤਰ੍ਹਾਂ ਇਹ ਸ੍ਰਿਸ਼ਟੀ ਦੀ ਰਚਨਾ ਹੋ ਰਹੀ ਹੈ। ਤਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੂੰ ਉਹਨੇ ਕਈ ਪ੍ਰਕਾਰ ਦੇ ਨਾਲ, ਹੇ ਸਤਿਗੁਰੂ ਜੀ ਜੇ ਤੁਸੀਂ ਇਸਲਾਮ ਵਿੱਚ ਆ ਜਾਓਗੇ ਤੇ ਫਿਰ ਅਸੀਂ ਤੁਹਾਨੂੰ ਪੀਰ ਕਰਕੇ ਪੂਜਾਂਗੇ।
अपना पीर करके पूजांगे, सारा इस्लाम तुहानू नमस्कारां करेगा। महाराज कहन लगे नहीं बादशाह, जिवें तैनू अपना धर्म प्यारा उस तरह सानू अपना धर्म प्यारा। फिर गुरु साहब नू पिंजरे विच रखिया गया, बड़ा तंग पिंजरा, अंदर नू सूए तिखे। सिखां नू इसे तरह बंदी बनाया गया। तो फिर फतवा लाया गया सिखां दे उत्ते। इतिहास ते लम्मा है, संखेप नाल बेनती है। भाई मती दास साहब जी नू आरे नाल चीरन दा फतवा लाया गया ते चौंक विच खिलार करके सिख नू लकड़ां विच जकड़ करके ते सिर ते आरा रख करके ते चीर के दो टोटे करके भाई मती दास साहब जी नू शहीद कर देना है। लोग इकट्ठे होए, जदों आरा सिर दे उत्ते रख करके चीरन लगे, भाई मती दास साहब जी ने जपजी साहब का पाठ आरंभ किया। जिस वेले पंच परवान पंच प्रधान पंचे पावह दरगह मान, इस पौड़ी के उत्ते पाठ आया ते शरीर दे दो टोटे हो गए। एक हिस्सा भाई साहब जी के शरीर का एक पासे डिग पिया, दूसरा दूजे पासे डिग पिया, पर दोवां टोटियां दे विचों इस तरह आवाज़ आउंदी रही जिवें दो सिंह इकट्ठे बैठ के भोग पाउंदे, जिवें इकट्ठे पाठ करदे एक लय ते एक आवाज़ दे विच। लोगों ने लकड़ां चीरियां जांदियां वेखियां, लोहा भी अजकल चीरिया जाता है, पर दिल्ली चांदनी चौक दे विच सिख चीरिया जाता भी लोगों ने वेख्या, पर सिक्खी नहीं छड्डी। गुरु साहब जी के दर्शन करदा कुर्बान हो गया भाई मती दास। भाई सती दास जी तो फतवा ला के भी इस्लाम विच आ जाओ, पर उन्हें आख्या ना सिक्खी नहीं छड्डी जा सकती। रूह विच लपेट करके पैरां वल्लों अग ला करके जिउंदे सिख नूं शहीद कर दिता गया। भाई दयाला जी कई तरह के लालच दिते, कई तरह के डरावे दिते, पर सिख ने कोई लालच नहीं, कोई डरावा नहीं मन्निया। भै काहू कहो देत न है, नह भै मान ते आन, कहो नानक सुन रे मना ज्ञानी ताहे बखान। ते भाई दयाला जी नूं फतवा लाया गया उबलदी देग विच बैठण दा। सिख उबलदी देग विच बैठा गुरु साहब जी के दर्शन करदिआं मास हड्डियां नालों वखरा हो गया। बाणी पढ़दा नाम जपदा सिख कुर्बान हो गया। ख्याल सी उन्हां दा जदों इन्हां सिखां नूं इस तरीके दे नाल मारिया जाएगा, शहीद किया जाएगा, इन्हां वल्ले वेख के डोल जाणगे श्री गुरु तेग बहादुर साहब महाराज। पर सतगुरां नूं डलाउण वाला कौन है? गरीब नवाज सच्चे पातशाह पिंजरे दे विच बैठे हन। उस पिंजरे दे विच ना जिहदे विच बैठा जा सकता है, ना खलोता जा सकता, ना सज्जे खब्बे होया जा सकता है। पर कईयां सिखां दी भावना है, दिल्ली दे सिखां दी, कि सतगुरु साडे घरे चरण पाउंदे, असीं सेवा करदे। उन्हां दी भावना पूरी करन वास्ते उन्हां दे घरां विच भी दर्शन दे रहे। कईयां ने दरिया ते इशनान करदे भी सतगुरु साहब जी नूं तकिया। उन्हां ने आके बादशाह कोले ते काजियां कोले आके गल कीती मुलाणियां ने भी ये सिपाही रले होए आ, इधर सिखां दे घरां विच भी गुरु तेग बहादुर साहब जी जा रहे हैं। बहुत करड़ा पहरा रखिया गया। आखिरकार कई तरह के लालच दिते, औरंगजेब बादशाह वालों कई तरह के डरावे दिते। महाराज साहब जी ने कोई लालच नहीं मन्निया, कोई डरावा नहीं मन्निया। और उस पिंजरे दे विचों ही फिर धन श्री गुरु गोबिंद सिंह महाराज साहब जी ने ये भोग दे श्लोक उचारण करके सिख दे पास आनंदपुर साहब भेजे। और ये विच ही ये दोहरा महाराज साहब जी ने उचारण किया भोग दे श्लोकां विच, जो इस तरीके नाल दमदमी टकसाल दे विच पढ़ाया जाता है। महाराज साहब जी ने उचारण किया दोहरा बल छुटके ओ बंधन परे, कछु ना हो ते पाए, कहो नानक आवे ओट हार, गज ज्यों हो सहाय। भोग दे श्लोकां दे विच ये दोहरा आउंदा। और ये उत्तर रूप दे विच फिर दसम पातशाह जी तो उत्तर लियाउण वास्ते सिख नूं आख्या। सिख मंजिलां मारदा ये श्लोक लै करके आनंदपुर साहब पहुंचा। कलगीधर पातशाह श्री गुरु गोबिंद सिंह महाराज जी ने उस दोहरे दे उत्तर रूप दे विच उचारण कीता, बल होआ बंधन छुटे, सब किश होते उपाय, नानक सब किश तुमरै हाथ में, तुम ही होत सहाय। और ये उत्तर लै करके
ਸਿੱਖ ਮੰਜ਼ਲਾਂ ਮਾਰਦਾ 9ਵੇਂ ਪਾਤਸ਼ਾਹੀ ਦੇ ਪਾਸ ਦਿੱਲੀ ਪਹੁੰਚਾ। ਗਰੀਬ ਨਵਾਜ ਸਾਹਿਬ ਜੀ ਨੂੰ ਜਾ ਕਰਕੇ ਮਿਲਿਆ ਔਰ ਸਤਿਗੁਰੂ ਸਾਹਿਬ ਜੀ ਨੇ ਆਖਿਆ ਕਿ ਬਾਜ਼ਾਰ ਦੇ ਵਿੱਚੋਂ ਨਾਲੀਅਰ ਲੈ ਕਰਕੇ ਆਓ। ਨਾਲੀਅਰ ਲਿਆਂਦਾ, 5 ਪੈਸੇ ਲਿਆਂਦੇ। ਉਸ ਪਿੰਜਰੇ ਵਿੱਚ ਬੈਠਿਆਂ ਹੋਇਆਂ ਮਹਾਰਾਜ ਸਾਹਿਬ ਜੀ ਨੇ ਬਾਕੀ ਦੇ ਰਹਿੰਦੇ ਸ਼ਲੋਕ ਜਿਹੜੇ ਉਹ ਉਚਾਰ ਕਰਕੇ ਤੇ ਉੱਥੋਂ ਹੀ ਧਿਆਨ ਦੇ ਨਾਲ ਫਿਰ 5 ਪੈਸੇ ਤੇ ਨਾਲੀਅਰ ਉਹ ਸਤਿਗੁਰੂ ਸਾਹਿਬ ਜੀ ਨੇ ਭੇਟ ਕੀਤੇ, ਗੁਰਿਆਈ ਦਿੱਤੀ ਤੇ ਸਿੱਖ ਨੂੰ ਆਖਿਆ ਵੀ ਇਹ ਗੁਰਤਾ ਦੀ ਭੇਟ ਆ, ਇਹ ਜਾ ਕਰਕੇ ਸਾਡੇ ਸਾਹਿਬਜ਼ਾਦੇ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਾ ਕਰਕੇ ਭੇਟ ਕਰਨੀ ਹੈ। ਸਿੱਖ ਲੈ ਕਰਕੇ ਗੁਰਿਆਈ ਦੀ ਇਹ ਭੇਟਾ ਜੋ 5 ਪੈਸੇ ਤੇ ਨਾਲੀਅਰ ਗੁਰਿਆਈ ਲੈ ਕਰਕੇ ਆਨੰਦਪੁਰ ਸਾਹਿਬ ਨੂੰ ਆਉਂਦਾ ਹੈ। ਕਲਗੀਧਰ ਪਾਤਸ਼ਾਹ ਜੀ ਨੂੰ ਆ ਕਰਕੇ ਮਿਲਦਾ ਹੈ ਸਿੱਖ ਤੇ ਮਹਾਰਾਜ ਸਾਹਿਬ ਜੀ ਝੋਲੀ ਕਰਕੇ ਇਹ 5 ਪੈਸੇ ਤੇ ਨਾਲੀਅਰ ਝੋਲੀ ਵਿੱਚ ਪਵਾਉਂਦੇ ਹਨ। ਉਧਰਲੇ ਪਾਸੇ ਔਰੰਗਜ਼ੇਬ ਨੇ ਹਰ ਇੱਕ ਹੀਲਾ ਵਰਤਿਆ, ਯਤਨ ਕੀਤੇ ਵੀ ਸਤਿਗੁਰੂ ਜੀ ਮੰਨ ਜਾਣ। ਇੱਥੋਂ ਤੀਕ ਕਹਿ ਦਿੱਤਾ ਵੀ ਸਤਿਗੁਰੂ ਜੀ ਜੇ ਤੁਸੀਂ ਇਸਲਾਮ ਦੇ ਵਿੱਚ ਆ ਜਾਓਗੇ ਮੈਂ ਆਪਣੀ ਬੇਟੀ ਜੇਬਨਸ਼ਾਹ ਦਾ ਨਿਕਾਹ ਤੁਹਾਡੇ ਨਾਲ ਕਰ ਦੇਵਾਂਗਾ। ਮਹਾਰਾਜ ਕਹਿੰਦੇ ਬਾਦਸ਼ਾਹ ਤੈਨੂੰ ਸ਼ਰਮ ਨਹੀਂ ਆਉਂਦੀ? ਧੀਆਂ ਭੈਣਾਂ ਗੁਰੂ ਪੀਰਾਂ ਦੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ, ਤੋ ਤੈਨੂੰ ਸ਼ਰਮ ਆਉਣੀ ਚਾਹੀਦੀ ਇਹ ਗੱਲ ਕਰਨ ਲੱਗਿਆ। ਤੂੰ ਕਿੱਥੋਂ ਤੀਕ ਡਿੱਗ ਪਿਆ ਹੈ? ਆਖਿਰਕਾਰ ਕਹਿਣ ਲੱਗਾ ਵੀ ਜਾਂ ਤੇ ਕੋਈ ਕਰਾਮਾਤ ਵਿਖਾਓ ਜਾਂ ਇਸਲਾਮ ਕਬੂਲ ਕਰੋ, ਨਹੀਂ ਤਾਂ ਮਰਨ ਵਾਸਤੇ ਤਿਆਰ ਹੋ ਜਾਓ। ਤਾਂ ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਵੀ ਅਸੀਂ ਤਾਂ ਹਰ ਵੇਲੇ ਮੌਤ ਨੂੰ ਯਾਦ ਰੱਖਦੇ ਹਾਂ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਮਰਨ ਦਾ ਬਹੁਤ ਜ਼ਿਕਰ ਕੀਤਾ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜੋ ਸਮੁੱਚੀ ਬਾਣੀ ਹੈ, ਸਤਿਗੁਰੂ ਸਾਹਿਬ ਜੀ ਦੇ 59 ਸ਼ਬਦ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਗੌੜੀ ਰਾਗ ਤੋਂ ਲੈ ਕੇ ਜੈਜਾਵੰਤੀ ਰਾਗ ਤੀਕ 15 ਰਾਗਾਂ ਦੇ ਵਿੱਚ 59 ਸ਼ਬਦ ਅਤੇ ਭੋਗ ਦੇ ਸਾਰੇ ਸ਼ਲੋਕ 57 ਸ਼ਲੋਕ ਹਨ। ਤੇ ਮਹਾਰਾਜ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਮੌਤ ਦਾ ਬਹੁਤ ਜ਼ਿਕਰ ਕੀਤਾ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਮਹਾਰਾਜ ਕਹਿੰਦੇ ਵੀ ਜੋ ਵੀ ਪੈਦਾ ਹੋਇਆ ਉਹਨੇ ਤਾਂ ਇੱਕ ਦਿਨ ਬਿਨਸਣਾ ਹੀ ਹੈ, ਭਾਵੇਂ ਅੱਜ ਜਾਂ ਕੱਲ ਜਾਂ ਪਰਸੋਂ ਨੂੰ। ਅਸੀਂ ਤਿਆਰ ਹਾਂ। ਆਖਿਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਖੂਹੀ ਅੱਜ ਵੀ ਉਸ ਸਥਾਨ ਤੇ ਹੈ, ਉਹ ਖੂਹੀ ਤੋਂ ਇਸ਼ਨਾਨ ਕੀਤਾ। ਮਹਾਰਾਜ ਕਹਿਣ ਲੱਗੇ ਵੀ ਜਿਸ ਵੇਲੇ ਅਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਸਮਾਪਤੀ ਕਰਕੇ ਸੀਸ ਝੁਕਾਵਾਂਗੇ, ਜਲਾਦ ਨੂੰ ਕਹਿ ਦਿੱਤਾ ਉਸ ਵੇਲੇ ਸਾਡੇ ਸੀਸ ਤੇ ਤੂੰ ਤਲਵਾਰ ਦਾ ਵਾਰ ਕਰ ਲੈ। ਮਹਾਰਾਜ ਸਾਹਿਬ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਦਿਨੇ ਦੁਪਹਿਰ ਦਾ ਸਮਾਂ ਹੈ ਔਰ ਗਰੀਬ ਨਵਾਜ ਸਾਹਿਬ ਜੀ ਨੇ ਜਿਸ ਵੇਲੇ ਸੀਸ ਝੁਕਾਇਆ ਤੇ ਜਲਾਦ ਨੇ ਤਲਵਾਰ ਦਾ ਵਾਰ ਕੀਤਾ ਹੈ। ਮਹਾਰਾਜ ਸਾਹਿਬ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ। ਬਿਕਰਮੀ ਸੰਮਤ 1732 ਔਰ ਈਸਵੀ ਸਨ 1675 ਨੂੰ ਇਹ ਕੁਰਬਾਨੀ ਕੀਤੀ ਮਹਾਰਾਜ ਸਾਹਿਬ ਜੀ ਨੇ। ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਇਸ ਤਰ੍ਹਾਂ ਬਚਨ ਕਹੇ ਹਨ। ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਸੀਸ ਤਾਂ ਦੇ ਦਿੱਤਾ ਪਰ ਸੀ ਨਹੀਂ ਉਚਾਰਨ ਕੀਤੀ ਮਹਾਰਾਜ ਨੇ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰਰ ਨਾ ਦੀਆ। ਸੀਸ ਤਾਂ ਦੇ ਦਿੱਤਾ ਪਰ ਆਪਣਾ ਸਿਰਰ ਨਹੀਂ ਦਿੱਤਾ, ਆਪਣਾ ਪ੍ਰਾਣ ਨਹੀਂ ਦਿੱਤਾ, ਆਪਣੀ ਪ੍ਰਤਿਗਿਆ ਨਹੀਂ ਦਿੱਤੀ। ਸੰਮਤ 1732 11 ਮੱਘਰ ਸੁਦੀ ਪੰਚਵੀਂ ਵੀਰਵਾਰ ਵਾਲੇ ਦਿਨ ਸਤਿਗੁਰੂ ਸਾਹਿਬ ਜੀ ਦੀ ਸ਼ਹਾਦਤ ਹੋਣੀ। ਠੀਕਰ ਫੋਰ ਦਿੱਲੀ ਸਸੇਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਇਹ ਧਰਮੀ ਪਿਤਾ ਜੀ ਨੇ ਫਰਮਾਇਆ
ਵੀ ਹੋਰ ਕਿਸੇ ਨੇ ਇਸ ਤਰ੍ਹਾਂ ਦੀ ਕਰਨੀ ਨਹੀਂ ਕੀਤੀ, ਜਿਸ ਤਰ੍ਹਾਂ ਦੀ ਕਿਰਿਆ, ਜਿਸ ਤਰ੍ਹਾਂ ਦੀ ਕਰਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤੀ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਮਹਾਰਾਜ ਦੇ ਸੀਸ ਲਿਆਉਣ ਦੀ ਸੇਵਾ ਭਾਈ ਜੈਤੇ ਨੇ ਕਰਨੀ। ਗੁਰੂ ਸਾਹਿਬ ਜੀ ਦੇ ਪਾਵਨ ਧੜ ਜਿਸ ਵੇਲੇ ਸਤਿਗੁਰਾਂ ਦੀ ਸ਼ਹਾਦਤ ਹੋਈ ਤੇ ਕਹਿੰਦੇ ਉਸ ਵੇਲੇ ਗਹਿਰੀ ਲਾਲ ਰੰਗ ਦੀ ਹਨੇਰੀ ਚੜ੍ਹੀ ਤੇ ਉਸ ਵੇਲੇ ਲੋਕ ਇਸ ਤਰ੍ਹਾਂ ਖਿਆਲ ਕਰਦੇ ਸੀ ਵੀ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ, ਇਹ ਦਿੱਲੀ ਦੇ ਵਿੱਚ ਇੰਨਾ ਵੱਡਾ ਜ਼ੁਲਮ ਹੋਇਆ ਹੈ ਤੇ ਇਹ ਜਿਹੜਾ ਜ਼ੁਲਮ ਰਾਜ ਹੈ ਗਰਕ ਜਾਵੇਗਾ, ਇਹ ਨਿਗਰ ਜਾਵੇਗਾ। ਲਾਲ ਸੁਰਖ ਰੰਗ ਦੀ ਹਨੇਰੀ ਹੋਈ ਉਸ ਵੇਲੇ ਚੜ੍ਹੀ ਹੈ। ਉਸ ਹਨੇਰੀ ਦੇ ਵਿੱਚ ਲੱਖੀ ਸ਼ਾਹ ਵਣਜਾਰਾ ਜਿਸ ਦੇ ਗੱਡੇ ਆ ਰਹੇ ਸੀ, ਉਸ ਨੇ ਫਿਰ ਇਹ ਸੇਵਾ ਕੀਤੀ। ਮਹਾਰਾਜ ਸਾਹਿਬ ਜੀ ਦਾ ਧੜ ਚੁੱਕ ਕਰਕੇ ਗੱਡੇ ਤੇ ਰੱਖ ਕੇ ਜਦੋਂ ਹਨੇਰੀ ਚੱਲ ਰਹੀ ਸੀ ਤੇ ਆਪਣੇ ਘਰ ਵਿੱਚ ਲੈ ਕਰਕੇ ਆਇਆ। ਔਰ ਜਿਸ ਥਾਂ ਤੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਬਣਿਆ ਹੈ, ਇਹ ਲੱਖੀ ਸ਼ਾਹ ਵਣਜਾਰੇ ਦਾ ਘਰ ਹੈ ਸੀ। ਗੁਰੂ ਘਰ ਦਾ ਉਹ ਸੇਵਕ ਸਿੱਖ ਪੀੜ੍ਹੀ ਦਰ ਪੀੜ੍ਹੀ ਮਹਾਰਾਜ ਸਾਹਿਬ ਦੇ ਘਰ ਦਾ ਸਿੱਖ ਸੀ। ਔਰ ਭਾਈ ਮਣੀ ਸਿੰਘ ਸਾਹਿਬ ਜੋ ਸ਼ਹੀਦ ਹੋਏ, ਭਾਈ ਮਣੀ ਸਿੰਘ ਜੀ, ਉਹਨਾਂ ਦੇ ਸਤਿਕਾਰਯੋਗ ਇਹ ਸਹੁਰਾ ਸਾਹਿਬ ਸਨ ਭਾਈ ਲੱਖੀ ਸ਼ਾਹ ਵਣਜਾਰਾ ਜੀ। ਭਾਈ ਲੱਖੀ ਸ਼ਾਹ ਵਣਜਾਰਾ ਦੀ ਸੁਪੁੱਤਰੀ ਉਹ ਭਾਈ ਮਣੀ ਸਿੰਘ ਜੀ ਦੇ ਨਾਲ ਵਿਆਹੇ ਹੋਏ ਸਨ। ਜਦੋਂ ਆਪਣੇ ਘਰੇ ਲਿਆਂਦਾ, ਘਰੇ ਹੀ ਫਿਰ ਅੰਗੀਠਾ ਤਿਆਰ ਕਰਕੇ, ਚਿਖਾ ਤਿਆਰ ਕਰਕੇ ਗੁਰੂ ਸਾਹਿਬ ਜੀ ਦੇ ਪਾਵਨ ਧੜ ਦਾ ਸੰਸਕਾਰ ਕੀਤਾ ਤੇ ਘਰ ਨੂੰ ਵੀ ਨਾਲ ਹੀ ਅੱਗ ਲਾ ਦਿੱਤੀ ਤੇ ਬਾਹਰ ਨਿਕਲ ਕਰਕੇ ਰੌਲਾ ਪਾਇਆ ਵੀ ਕਿਸੇ ਨੂੰ ਸ਼ੱਕ ਵੀ ਨਾ ਹੋਵੇ ਵੀ ਲੋਕੋ ਮੈਂ ਲੁੱਟਿਆ ਪੁੱਟਿਆ ਗਿਆ, ਮੇਰਾ ਘਰ ਸੜ ਗਿਆ। ਅੰਦਰੋਂ ਭਾਵਨਾ ਇਹ ਸੀ ਵੀ ਮੇਰੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸ਼ਹੀਦ ਹੋ ਗਏ। ਭਾਈ ਜੈਤਾ ਮੰਜ਼ਲਾਂ ਮਾਰਦਾ ਕੱਪੜੇ ਦੇ ਵਿੱਚ ਗੁਰੂ ਸਾਹਿਬ ਜੀ ਦਾ ਸੀਸ ਲਪੇਟਿਆ ਹੈ, ਵੱਖ-ਵੱਖ ਥਾਂ ਤੇ ਰੁਕਦਾ ਹੋਇਆ ਕੀਰਤਪੁਰ ਸਾਹਿਬ ਪਹੁੰਚਾ ਹੈ। ਖਬਰ ਭੇਜੀ ਅੱਗੋਂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਏ ਹਨ, ਸਿੱਖ ਸੇਵਕ ਨਾਲ ਆਏ, ਪਾਲਕੀ ਦੇ ਵਿੱਚ ਸਤਿਗੁਰੂ ਜੀ ਦਾ ਸੀਸ ਰੱਖ ਕਰਕੇ ਆਨੰਦਪੁਰ ਸਾਹਿਬ ਲੈ ਕੇ ਗਏ। ਫਿਰ ਆਨੰਦਪੁਰ ਸਾਹਿਬ ਸਾਰਿਆਂ ਨੇ ਮਹਾਰਾਜ ਸਾਹਿਬ ਜੀ ਦੇ ਪਾਵਨ ਸੀਸ ਦੇ ਦਰਸ਼ਨ ਕੀਤੇ। ਔਰ ਜਿਸ ਥਾਂ ਦੇ ਉੱਤੇ ਸੀਸਗੰਜ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਆਨੰਦਪੁਰ ਸਾਹਿਬ, ਸੀਸਗੰਜ ਸਾਹਿਬ ਦਿੱਲੀ ਵੀ ਹੈ ਚਾਂਦਨੀ ਚੌਂਕ ਵਿੱਚ, ਜਿੱਥੇ ਮਹਾਰਾਜ ਸਾਹਿਬ ਜੀ ਨੇ ਸੀਸ ਕੁਰਬਾਨ ਕੀਤਾ। ਉਹ ਸੀਸਗੰਜ ਸਾਹਿਬ ਸਥਾਨ ਹੈ ਦਿੱਲੀ। ਜਿੱਥੇ ਗੁਰੂ ਜੀ ਦੇ ਧੜ ਦਾ ਸੰਸਕਾਰ ਹੋਇਆ ਉਹ ਰਕਾਬਗੰਜ ਸਾਹਿਬ ਸਥਾਨ ਹੈ। ਤੇ ਆਨੰਦਪੁਰ ਸਾਹਿਬ ਜਿੱਥੇ ਸੀਸ ਦਾ ਸੰਸਕਾਰ ਹੋਇਆ ਉਹ ਸੀਸਗੰਜ ਸਾਹਿਬ ਸਥਾਨ ਹੈ। ਉਸ ਥਾਂ ਦੇ ਉੱਤੇ ਫਿਰ ਚੰਦਨ ਦੀ ਲੱਕੜ ਦੇ ਵਿੱਚ ਦਸਮ ਪਾਤਸ਼ਾਹੀ ਨੇ ਪਿਤਾ ਜੀ ਦੇ ਸੀਸ ਦਾ ਸੰਸਕਾਰ ਕੀਤਾ। ਭਾਈ ਚੋਪਾ ਸਿੰਘ ਜੀ ਛਿੱਬਰ ਹੋਏ ਆ ਕਲਗੀਧਰ ਪਾਤਸ਼ਾਹੀ ਦੇ ਸਿੱਖ ਕਵੀਆਂ ਦੇ ਵਿੱਚੋਂ। ਉਹਨਾਂ ਨੇ ਇਹ ਬਚਨ ਲਿਖਿਆ, ਕਹਿੰਦੇ ਜਿਸ ਵੇਲੇ ਚੰਦਨ ਦੀ ਲੱਕੜ ਵਿੱਚ ਸੀਸ ਦਾ ਸੰਸਕਾਰ ਹੋ ਰਿਹਾ ਸੀ ਨਾ, ਤੇ ਲਟ-ਲਟ ਕਰਕੇ ਅੱਗ ਜਿਹੜੀ ਆਕਾਸ਼ ਵੱਲ ਨੂੰ ਜਾ ਰਹੀ ਸੀ, ਸਾਰਿਆਂ ਦੇ ਹਿਰਦੇ ਵੈਰਾਗ ਦੇ ਸਹਿਤ ਸਨ, ਨੇਤਰਾਂ ਵਿੱਚ ਜਲ ਸੀ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 9 ਸਾਲ ਦੀ ਸਰੀਰ ਕਾਰਬਲਾ ਹੈ, 9 ਸਾਲ ਤੋਂ ਵੀ ਕੁਝ ਦਿਨ ਘੱਟ ਹਨ, 9 ਸਾਲ ਦੀ। ਤਾਂ ਭਾਈ ਜੈਤੇ ਨੂੰ ਘੁੱਟ ਕੇ ਛਾਤੀ ਨਾਲ ਲਾਇਆ, ਰੰਗਰੇਟੇ ਗੁਰੂ ਕੇ ਬੇਟੇ, ਐਸੀ ਬਖਸ਼ਿਸ਼ ਕੀਤੀ ਮਹਾਰਾਜ ਸਾਹਿਬ ਜੀ ਨੇ। ਔਰ ਉਸ ਵੇਲੇ ਪੁੱਛ ਰਿਹਾ ਕਿ ਭਾਈ ਜੈਤਿਆ, ਜਦੋਂ ਤੂੰ ਪਿਤਾ ਜੀ ਦਾ ਸੀਸ ਲੈ ਕਰਕੇ ਆਇਆ, ਉਸ ਵੇਲੇ ਹੋਰ ਕਿਸੇ ਸਿੱਖ ਨੇ ਤੇਰੀ ਮਦਦ ਦੀ ਨਾਲ ਕੀਤੀ? ਭਾਈ ਜੈਤੇ ਨੇ ਆਖਿਆ, ਮਹਾਰਾਜ ਸੁਣਿਆ ਹੈ ਵੀ 1400 ਘਰ ਦਿੱਲੀ ਵਿੱਚ ਸਿੱਖਾਂ ਦਾ ਸੀ, ਪਰ ਕੋਈ ਅੱਗੇ ਨਹੀਂ ਵਧਿਆ। ਔਰੰਗਜ਼ੇਬ ਬਾਦਸ਼ਾਹ ਤੋਂ ਡਰਦਿਆਂ ਕਿਸੇ ਨੇ ਆਖਿਆ ਵੀ ਮੈਂ ਗੁਰੂ ਕਾ ਸਿੱਖ ਹਾਂ। ਨਾਲੇ ਮਹਾਰਾਜ ਕੋਈ ਵੱਖਰੀ ਪਛਾਣ ਵੀ ਨਹੀਂ ਸੀ ਕਿਸੇ ਸਿੱਖ ਦੀ, ਇੱਕੋ ਜਿਹੀ ਸਾਰੇ, ਨਹੀਂ ਸੀ ਕੋਈ ਪਤਾ ਲੱਗਦਾ ਵੀ ਇਹ ਹਿੰਦੂ ਹੈ, ਇਹ ਸਿੱਖ ਹੈ ਕਿ ਮੁਸਲਮਾਨ ਹੈ।
ਭਾਈ ਚੌਪਾ ਸਿੰਘ ਜੀ ਸ਼ਿਬਰ ਲਿਖਦੇ ਆ, ਉਹ ਕਹਿੰਦੇ ਚੰਦਨ ਨਾਲ ਸੀਸ ਸਿਸਕਾਰ ਕੀਤਾ, ਬਚਨ ਹੋਆ ਸਿੱਖਾ ਕਿਤਨੇ ਸਿੱਖ ਕੰਮ ਨਾਲ ਆਹੇ। ਤਾਂ ਬਚਨ ਹੋਆ ਮੁਕਤ ਹੋਏ, ਨਿਹਾਲ ਹੋਏ, ਪਿਛਲਿਆਂ ਨੂੰ ਤਾਰ ਗਏ ਜੀ ਸੱਚੇ ਪਾਤਸ਼ਾਹ। ਸਭ ਬੇਮੁਖ ਹੋਏ, ਸਭ ਫਿਰ ਗਏ, ਨਿਸ਼ਾਨੀ ਤਾਂ ਨਾ ਹੀ ਕਿਸੇ ਨੂੰ ਸਿੱਖੀ ਕੀ ਲੱਗੀ, ਜੋ ਕੋਈ ਸਿੱਖ ਸਹੀ ਕਰੇ। ਤਾਂ ਕਲਗੀਧਰ ਪਾਤਸ਼ਾਹ ਵੀਰ ਰਸ ਵਿੱਚ ਆ ਕਰਕੇ ਕਹਿਣ ਲੱਗੇ, ਐਸੀ ਨਿਸ਼ਾਨੀ ਸਿੱਖਾਂ ਨੂੰ ਲਾਵਾਂਗੇ ਜੋ ਲੱਖਾਂ ਵਿੱਚ ਖਲੋਤਾ ਸਿੱਖ ਲੁਕੇ ਨਾਹੀਂ। ਕਿ ਭਾਈ ਜੈਤਿਆ ਤੂੰ ਕਹਿੰਦਾ ਪਤਾ ਕੋਈ ਨਹੀਂ ਸੀ ਲੱਗਦਾ, ਇਹੋ ਜੀ ਨਿਸ਼ਾਨੀ ਸਿੱਖਾਂ ਨੂੰ ਲਾਵਾਂਗੇ ਵੀ ਲੱਖਾਂ ਵਿੱਚ ਵੀ ਖਲੋਤਾ ਹੋਵੇਗਾ, ਪਤਾ ਲੱਗ ਜਾਵੇਗਾ ਉਹ ਗੁਰੂ ਕਾ ਸਿੱਖ ਹੈ, ਗੁਰੂ ਕਾ ਸਿੰਘ ਹੈ। ਇਹ ਬਚਨ ਪਿਤਾ ਜੀ ਦੇ ਸੀਸ ਦਾ ਸੰਸਕਾਰ ਕਰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਨੇ ਆਖੇ। ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਇੱਕ ਕੁਰਬਾਨੀ ਹੋਈ, ਸ਼ਹਾਦਤ ਹੋਈ, ਜਿਸ ਦੇ ਸੰਬੰਧ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਵੀ ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧਰਤੀ ਤੇ ਪ੍ਰਗਟ ਨਾ ਹੁੰਦੇ, ਜੇ ਇਹ ਕੁਰਬਾਨੀ ਨਾ ਕਰਦੇ, ਤਾਂ ਫਿਰ ਕੋਈ ਤਿਲਕ ਲਾਉਣ ਵਾਲਾ, ਜੰਨੂ ਪਾਉਣ ਵਾਲਾ ਨਹੀਂ ਸੀ ਇੱਥੇ ਰਹਿਣਾ। ਕੋਈ ਤਿਲਕ ਨਹੀਂ ਸੀ ਰਹਿਣਾ, ਕੋਈ ਜੰਨੂ ਪਾਉਣ ਵਾਲਾ ਨਹੀਂ ਸੀ ਰਹਿਣਾ। ਅੱਗ ਤੱਗ ਤਿਲਕ ਨਾ ਦੇਖਣ ਪਾਤੇ, ਜਗ ਹਿੰਦ ਧਰਮ ਕਹਾਂ ਰਹਿਤੋ। ਜਗ ਦੇ ਵਿੱਚ ਹਿੰਦੂ ਧਰਮ ਹੀ ਨਹੀਂ ਸੀ ਰਹਿਣਾ, ਮੁੱਕ ਜਾਣਾ ਸੀ। ਜਗ ਹਿੰਦ ਧਰਮ ਕਹਾਂ ਰਹਿਤੋ, ਅੱਗ ਤੱਗ ਤਿਲਕ ਨਾ ਦੇਖਣ ਪਾਤੇ। ਤੀਰਥ ਦੇਵ ਸਥਾਨ, ਤੀਰਥ ਦੇਵ ਸਥਾਨ ਪੁਰਾਣ, ਸਭੀ ਧਰਮਾਗਮ ਵੀ ਉੱਠ ਜਾਤੇ। ਨਾ ਕੋਈ ਦੇਵਤਿਆਂ ਦੇ ਨਾ ਦੇਵੀਆਂ ਦੇ, ਤੀਰਥ ਸਥਾਨ ਹੀ ਰਹਿਣੇ ਸੀ। ਹੋਣਾ ਕੀ ਸੀ? ਰੋਜਾ ਬਾਂਗ ਨਿਵਾਜ ਕਤੇਬ ਮਸੀਤ, ਯਹੀ ਸਭ ਜਗ ਦਰਸਾਤੇ। ਗੁਰ ਤੇਗ ਬਹਾਦਰ ਹਿੰਦਨ ਚਾਦਰ ਕਾਦਰ ਜਾਉਣਾ ਧਰਾ ਪ੍ਰਗਟਾਤੇ। ਇੱਥੇ ਰੋਜੇ ਰੱਖੇ ਜਾਣੇ ਸੀ, ਇੱਥੇ ਬਾਂਗਾਂ ਦਿੱਤੀਆਂ ਜਾਣੀਆਂ ਸੀ, ਕਲਮੇ ਪੜ੍ਹੇ ਜਾਣੇ ਸੀ, ਨਵਾਜ਼ਾਂ ਅਦਾ ਕੀਤੀਆਂ ਜਾਣੀਆਂ ਸੀ। ਰੋਜਾ ਬਾਂਗ ਨਿਵਾਜ ਕਤੇਬ, ਕਤੇਬਾਂ ਪੜ੍ਹੀਆਂ ਜਾਣੀਆਂ ਸੀ, ਮਸੀਤਾਂ ਉਸਰ ਜਾਣੀਆਂ ਸੀ ਮੰਦਰਾਂ ਦੇ ਥਾਂ ਤੇ। ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਹ ਕੁਰਬਾਨੀ ਨਾ ਕਰਦੇ, ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਕੁਰਬਾਨੀ ਹੈ, ਉੱਥੇ ਧਰਮੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੁਰਬਾਨੀ ਕਿ ਆਪਣੇ ਪਿਤਾ ਜੀ ਨੂੰ ਕੁਰਬਾਨ ਕਰਨਾ ਤੇ ਤਿਲਕ ਜੰਨੂ ਦੀ ਰਾਖੀ, ਇਹ ਦੇਸ਼ ਦੀ ਰਾਖੀ ਕਰਨੀ। ਤਾਂ ਹੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਕਲਗੀਧਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਇਹ ਆਨੰਦਪੁਰ ਸਾਹਿਬ ਦੀ ਧਰਤੀ ਹੈ ਜਿਸ ਨੇ ਇਹ ਸਾਰੇ ਦੇਸ਼ ਵਾਸੀਆਂ ਦੇ ਤਿਲਕ ਜੰਨੂ ਬਚਾਏ। ਔਰ ਸਾਰਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇਹ ਪਰਉਪਕਾਰ ਚੇਤੇ ਰੱਖਣਾ ਚਾਹੀਦਾ ਹੈ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਉਪਕਾਰ ਚੇਤੇ ਰੱਖਣਾ ਚਾਹੀਦਾ ਹੈ। ਅਕਿਰਤ ਕਣ ਨਹੀਂ ਬਣਨਾ ਚਾਹੀਦਾ ਹੈ ਗੁਰੂ ਜੀ ਦੇ ਪਰਉਪਕਾਰ ਭੁਲਾ ਕਰਕੇ। ਭਾਈ ਸੰਤੋਖ ਸਿੰਘ ਜੀ ਲਿਖਦੇ, ਛਾਏ ਜਾਤੀ ਏਕਤਾ ਅਨੇਕਤਾ, ਬਿਲਾਏ ਜਾਤੀ ਹੋਵਤੀ ਕੁਚੀਲਤਾ। ਕਤੇਬਨ ਕੁਰਾਨ ਕੀ ਪਾਪ ਪਰਪੱਕ ਜਾਤੇ, ਧਰਮ ਤਸਕ ਜਾਤੇ, ਬਰਨ ਗਰਕ ਜਾਤੇ, ਸਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਣ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜਾਓ ਪੈ ਕਰੁਣਾ ਨਿਧਾਨ ਕੀ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਰੁਣਾ ਦੇ ਖਜ਼ਾਨਾ ਸਰੂਪ ਸਤਿਗੁਰੂ ਜੀ ਜੇ ਨਾ ਕਿਰਪਾ ਕਰਦੇ ਤੇ ਦੇਵੀ ਦੇਵਤਿਆਂ ਦੇ ਦੇਵਰੇ ਵੀ ਦੂਰ ਹੋ ਜਾਣੇ ਸੀ ਤੇ ਬੇਦਾਂ ਦੀ ਕਥਾ ਵੀ ਨਹੀਂ ਸੀ ਕਿਸੇ ਨੇ ਕਰਨੀ। ਇਹ ਸਤਿਗੁਰੂ ਸਾਹਿਬ ਜੀ ਦੇ ਪਰਉਪਕਾਰ ਹਨ, ਇਹ ਆਨੰਦਪੁਰ ਸਾਹਿਬ ਦੀ ਧਰਤੀ ਦੇ ਪਰਉਪਕਾਰ ਹਨ। ਤੋ ਆਉਣ ਵਾਲੇ ਦਿਨਾਂ ਵਿੱਚ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਕਿਰਪਾ ਕੀਤੀ, ਜੋ ਕੁਰਬਾਨੀਆਂ ਕੀਤੀਆਂ, ਇਹ ਪੋਹ ਦਾ ਮਹੀਨਾ ਕੁਰਬਾਨੀਆਂ ਭਰਿਆ ਮਹੀਨਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹੀ ਦਾ ਗੁਰਿਆਈ ਪੁਰਬ ਆ ਰਿਹਾ ਹੈ। ਸੋ ਕੱਲ ਨੂੰ ਸਤਿਗੁਰੂ ਸਾਹਿਬ ਜੀ ਦਾ ਗੁਰਿਆਈ ਪੁਰਬ ਹੈ। 5 ਪੋਹ ਨੂੰ ਐਤਕੀ ਆਇਆ ਹੈ ਔਰ ਇਸੇ 3 ਪੋਹ ਨੂੰ ਮਹਾਰਾਜ ਦਾ ਗੁਰਿਆਈ ਪੁਰਬ ਤੇ 5 ਪੋਹ ਨੂੰ ਐਤਕੀ ਜੋ ਇਹ ਮੱਘਰ ਸੁਦੀ ਪੰਚਮੀ ਆ ਰਹੀ ਹੈ। ਤੋ 5 ਪੋਹ ਨੂੰ ਸਤਿਗੁਰੂ ਨਾਵੇਂ ਪਾਤਸ਼ਾਹੀ ਦਾ ਸ਼ਹੀਦੀ ਪੁਰਬ ਆ ਰਿਹਾ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਨਾ ਕੋਈ ਭਗਤ ਹੈ, ਨਾ ਕੋਈ ਦਾਨੀ ਹੈ ਤੇ ਨਾ ਕੋਈ ਸੂਰਮਾ ਹੈ। ਇਸ ਦੇਸ਼ ਦੇ ਵਾਸਤੇ, ਤਿਲਕ ਜੰਨੂ ਦੇ ਵਾਸਤੇ
ਤੋ ਮਹਾਰਾਜ ਸਾਹਿਬ ਜੀ ਨੇ ਆਪਣੇ ਪਿਤਾ ਜੀ ਨੂੰ ਹੀ ਕੁਰਬਾਨ ਕਰ ਦਿੱਤਾ। ਸਮੇਂ ਨਾਲ ਆਪਣਾ ਸਾਰਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ। ਉਹ ਇਤਿਹਾਸ ਆਪਾਂ ਅਗਲੇ ਦਿਨਾਂ ਦੇ ਵਿੱਚ ਵਿਚਾਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਗੁਰੂ ਕੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।